पंजाब स्कूल एजुकेशन बोर्ड के ई कंटेंट विच मैं वोकेशनल ट्रेनर विजय कुमार गौरमेंट सीनियर सैकेंडरी स्कूल पीर मुहम्मद तो तुहाडा स्वागत करता प्यारे बच्चों। अज दे इस वीडियो सैशन दे विच असी ट्रेड प्लंबिंग क्लास 12 दे यूनिट 3 बारे डिस्कशन करांगे। अज दा जो साडा यूनिट दा नाम है वह है टैक्निक्स रिलेटेड टू कटिंग बैंडिंग एंड जॉइनिंग ऑफ फिक्सचर एंड फिटिंग्स। इंट्रोडक्शन तो असी शुरू करते हाँ। जिमें कि तुसी जानते हो बिल्डिंग विच ਵੱਖ-ਵੱਖ ਥਾਵਾਂ ਤੇ ਪਲੰਬਿੰਗ ਫਿਟਿੰਗਸ ਅਤੇ ਫਿਕਸਚਰ ਸਥਾਪਿਤ ਕੀਤੇ ਜਾਂਦੇ ਹਨ। ਇਹਨਾਂ ਵਿੱਚ ਬਾਥਰੂਮ, ਰਸੋਈ, ਵਾਸ਼ਰੂਮ, ਛੱਤਾਂ ਆਦਿ ਸਭ ਸ਼ਾਮਲ ਹੁੰਦੇ ਹਨ। ਇੱਕ ਪਲੰਬਰ ਇਹਨਾਂ ਨੂੰ ਸਹੀ ਥਾਵਾਂ ਤੇ ਸਥਾਪਿਤ ਕਰਦਾ ਹੈ। ਇਸ ਲਈ ਬਹੁਤ ਮਹੱਤਵਪੂਰਨ ਹੈ ਕਿ ਪਲੰਬਰ ਨੂੰ ਜੋ ਇਮਾਰਤ ਦੇ ਜੋ ਅਲੱਗ-ਅਲੱਗ ਪਾਰਟਸ ਨੇ ਉਹਨਾਂ ਬਾਰੇ ਪਤਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇਸ ਵੀਡੀਓ ਸੈਸ਼ਨ ਦੇ ਵਿੱਚ ਅਸੀਂ ਇਹੀ ਡਿਸਕਸ਼ਨ ਕਰਾਂਗੇ ਕਿ ਕਈ ਅਲੱਗ-ਅਲੱਗ ਜਿਹੜੇ ਪਾਰਟਸ ਹੁੰਦੇ ਨੇ ਇੱਕ ਬਿਲਡਿੰਗ ਦੇ ਉਹ ਜਿਹੜੇ ਪੂਰੀ ਤਰ੍ਹਾਂ ਹਰ ਇੱਕ ਪਲੰਬਰ ਨੂੰ ਪਤਾ ਹੋਣਾ ਚਾਹੀਦਾ। ਤਾਂ ਡਿਸਕਸ਼ਨ ਕਰਦੇ ਹਾਂ ਅਲੱਗ-ਅਲੱਗ ਪਾਰਟਸ ਆਫ ਬਿਲਡਿੰਗ ਅਤੇ ਜੋ ਇੱਕ ਪਲੰਬਿੰਗ ਸੈਕਟਰ ਦੇ ਵਿੱਚ ਆਮ ਜੋ ਪਾਰਟਸ ਪਤਾ ਹੋਣੇ ਚਾਹੀਦੇ ਨੇ ਇੱਕ ਪਲੰਬਰ ਨੂੰ ਉਹ ਹੈ ਸਭ ਤੋਂ ਪਹਿਲਾਂ ਫਾਊਂਡੇਸ਼ਨ, ਜਿਹਨੂੰ ਅਸੀਂ ਪੰਜਾਬੀ 'ਚ ਨੀਂਹ ਕਹਿੰਦੇ ਹਾਂ, ਪਲਿੰਥ, ਡੈਮ ਪ੍ਰੂਫ ਕੋਰਸ ਜੋ ਸ਼ਾਰਟ ਫਾਰਮ 'ਚ ਅਕਸਰ DPC ਕਿਹਾ ਜਾਂਦਾ ਜਿਸ ਨੂੰ, ਫੋਰਥ ਪਲਿੰਥ ਬੀਮਸ, ਪੰਜਵਾਂ ਨੰਬਰ ਹੈ ਫਲੋਰ, ਛੇਵਾਂ ਨੰਬਰ ਵਾਲਸ ਦੀਵਾਰਾਂ, ਓਪਨਿੰਗਸ ਅਲੱਗ-ਅਲੱਗ ਜੋ ਜਿਵੇਂ ਲਿੰਟਲ ਦੇ ਕੋਲ ਅਸੀਂ ਡੋਰਸ ਦੇ ਕੋਲ ਓਪਨਿੰਗ ਦਿੰਦੇ ਹਾਂ, ਸਟੇਅਰਸ ਆ ਗਈਆਂ, ਪੌੜੀਆਂ ਆ ਗਈਆਂ ਆਪਣੀਆਂ, ਜੋ ਰੂਫਸ ਨੇ ਛੱਤਾਂ ਅਤੇ ਸਰਫੇਸ ਫਿਨਿਸ਼, ਇਹ ਸਾਰੀਆਂ ਚੀਜ਼ਾਂ ਬਾਰੇ ਅਸੀਂ ਇਸ ਵੀਡੀਓ ਸੈਸ਼ਨ ਦੇ ਵਿੱਚ ਡਿਸਕਸ਼ਨ ਕਰਾਂਗੇ ਐਲੈਬੋਰੇਟ ਦੇ ਨਾਲ। ਇਸ ਤੋਂ ਬਾਅਦ ਅਸੀਂ ਇੱਕ ਵੀਡੀਓ ਚਿੱਤਰ ਰਾਹੀਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਅਲੱਗ-ਅਲੱਗ ਜੋ ਬਿਲਡਿੰਗ ਦੇ ਪਾਰਟਸ ਨੇ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ, ਰੂਫ, ਲਿੰਟਲ, ਵਿੰਡੋਜ਼, ਡੋਰ, ਸਿਲ ਆ ਗਿਆ, ਵਾਲਸ, ਫਲੋਰ, DPC ਲਾਈਨਸ ਜੋ ਵੀ ਆ ਗਈ, ਪਲਿੰਥ ਲਾਈਨਸ, ਫਾਊਂਡੇਸ਼ਨ, ਇਨਵਿਜ਼ੀਬਲ। ਤਾਂ ਇਹ ਅਲੱਗ-ਅਲੱਗ ਜੋ ਵਾਟਰ ਸਪਲਾਈ, ਜੋ ਪਾਈਪਸ ਲਾਈਨ, ਇੱਧਰ ਡਰੇਨੇਜ, ਇਹ ਸਾਰੀਆਂ ਜੋ ਤੁਹਾਨੂੰ ਇਸ ਦੇ ਵਿੱਚ ਦਿਖਾਈ ਦੇ ਰਹੀਆਂ ਇਸ ਬਾਰੇ ਆਪਾਂ ਚੰਗੀ ਤਰ੍ਹਾਂ ਡਿਸਕਸ਼ਨ ਕਰਾਂਗੇ ਨੈਕਸਟ। ਤਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੀ ਫਾਊਂਡੇਸ਼ਨ ਤੋਂ। ਜੋ ਫਾਊਂਡੇਸ਼ਨ ਇੱਕ ਮੇਨ ਬਿਲਡਿੰਗ ਦਾ ਪਾਰਟਸ ਹੈ ਜਿਸ ਦੇ ਬਿਨਾਂ ਬਿਲਡਿੰਗ ਸਟੈਂਡ ਆਊਟ ਨਹੀਂ ਕਰ ਸਕਦੀ, ਆਪਣੇ ਸਟੈਂਡਿੰਗ ਪੋਜੀਸ਼ਨ 'ਤੇ ਨਹੀਂ ਰਹਿ ਸਕਦੀਗੀ। ਜੇਕਰ ਕੋਈ ਕਹਿੰਦੇ ਆ ਕਿ ਆਪਾਂ ਜਿਵੇਂ ਅਕਸਰ ਹੀ ਨੋਰਮਲ ਸਮੇਂ ਜੇ ਨੀਂਹ ਅੱਛੀ ਨਹੀਂ ਹੈ ਤਾਂ ਉਸ ਦਾ ਜੋ ਆਉਣ ਵਾਲਾ ਅੱਗੇ ਪਲੇਟਫਾਰਮ ਅੱਛਾ ਨਹੀਂ ਹੁੰਦਾ। ਇਸੇ ਤਰ੍ਹਾਂ ਇੱਕ ਬਿਲਡਿੰਗ ਦੀ ਅਗਰ ਨੀਂਹ ਅੱਛੀ ਨਹੀਂ ਹੈ ਤਾਂ ਉਹ ਬਿਲਡਿੰਗ ਸਟੈਂਡ ਨਹੀਂ ਕਰ ਪਾਊਗੀ। ਤਾਂ ਸਭ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰ ਲਈਏ ਫਾਊਂਡੇਸ਼ਨ ਦੀ, ਤਾਂ ਇੱਕ ਇਮਾਰਤ ਦੀ ਨੀਂਹ ਬਹੁਤ ਜ਼ਰੂਰੀ ਹਿੱਸਾ ਹੈ ਕਿਉਂਕਿ ਸਾਰੀ ਇਮਾਰਤ ਦੇ ਜੋ ਲੋਡ ਨੂੰ ਬਰਾਬਰ ਰੂਪ 'ਚ ਮਿੱਟੀ ਦੇ ਉੱਤੇ ਵੰਡਣ ਲਈ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ, ਜੋ ਕਿ ਤਾਂ ਜੋ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਅੱਜ ਕੱਲ੍ਹ ਜੋ ਬਿਲਡਿੰਗਸ ਬਣਦੀਆਂ ਨੇ ਹੈਵੀ ਲੋਡਡ ਬਿਲਡਿੰਗਸ ਹੁੰਦੀਆਂ ਨੇ, ਤਾਂ ਇਹਨਾਂ ਸਾਰਿਆਂ ਦਾ ਜੋ ਪੂਰਾ ਭਾਰ ਜੋ ਟਰਾਂਸਫਰ ਕਰਨ ਦਾ ਮੇਨ ਜੋ ਪੂਰਾ ਵਰਕ ਹੁੰਦਾ ਉਹ ਇੱਕ ਨੀਂਹ ਦਾ ਹੀ ਹੁੰਦਾ। ਜੇ ਨੀਂਹ ਇੱਕ ਅੱਛੀ ਹੋਏਗੀ ਤਾਂ ਬਿਲਡਿੰਗ ਜਿੰਨਾ ਮਰਜ਼ੀ ਹੈਵੀ ਲੋਡਡ ਹੋਵੇ ਤਾਂ ਉਹ ਲੋਡ ਗੇਨ ਕਰ ਲਏਗੀ ਆਪਣੀ ਸੋਇਲ। ਤਾਂ ਇਸ ਲਈ ਬੁਨਿਆਦਾਂ ਨੂੰ ਚੰਗੀ ਅਤੇ ਠੋਸ ਬਣਾਉਣ ਲਈ ਅਸੀਂ ਜ਼ਰੂਰਤ ਹੈ। ਨੀਹਾਂ ਤੋਂ ਬਿਨਾਂ ਕਿਸੇ ਵੀ ਇਮਾਰਤ ਨੂੰ ਖੜ੍ਹਾ ਕਰਨਾ ਮੁਸ਼ਕਿਲ ਹੁੰਦਾ ਹੈ, ਜਿਵੇਂ ਕਿ ਤੁਸੀਂ ਇਸ ਪਿਕਚਰ ਦੇ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਜਿਵੇਂ ਇੱਕ ਨੀਮ ਨੂੰ ਭਰਿਆ ਗਿਆ ਕਿਵੇਂ। ਤਾਂ ਨੈਕਸਟ ਅਸੀਂ ਡਿਸਕਸ਼ਨ ਕਰਦੇ ਹਾਂ ਨੀਮ ਵੀ। ਵੈਸੇ ਮੈਂ ਦੱਸ ਦਾਂਗਾ ਜੋ ਨੀਮ ਹੈ ਅਲੱਗ-ਅਲੱਗ ਟਾਈਪਸ ਦੀਆਂ ਜੋ ਅੱਜ ਕੱਲ੍ਹ ਫਾਊਂਡੇਸ਼ਨ ਜੋ ਆਪ ਨੂੰ ਦੇਖਣ ਨੂੰ ਮਿਲਦੀਆਂ ਨੇ, ਜਿਵੇਂ ਸਟ੍ਰਿਪ ਫਾਊਂਡੇਸ਼ਨ, ਫੁਟਿੰਗ ਫਾਊਂਡੇਸ਼ਨ, ਰਾਫਟ ਫਾਊਂਡੇਸ਼ਨ, ਪਾਇਲ ਫਾਊਂਡੇਸ਼ਨ, ਇਹ ਜਿਹੜੀਆਂ ਫਾਊਂਡੇਸ਼ਨ ਅਲੱਗ-ਅਲੱਗ ਜੋ ਫਾਊਂਡੇਸ਼ਨ ਨੇ ਜੋ ਅੱਜ ਕੱਲ੍ਹ ਇੱਕ ਬਿਲਡਿੰਗ ਨੂੰ ਬਣਾਉਣ ਲਈ ਆਮ ਜੋ ਵਰਤੀਆਂ ਜਾਂਦੀਆਂ ਨੇ। ਤਾਂ ਜੋ ਅਕਸਰ ਆਪਣੇ ਘਰਾਂ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਸਟ੍ਰਿਪ ਫੁਟਿੰਗ ਦੇ ਵਿੱਚ ਅਸੀਂ ਸਟੈਪ ਫਾਊਂਡੇਸ਼ਨ ਜਿਹਨੂੰ ਅਸੀਂ ਕਹਿੰਦੇ ਉਹ ਕਰਦੇ ਹਾਂ ਆਪਾਂ ਅਕਸਰ ਘਰਾਂ ਦੇ ਵਿੱਚ। ਤਾਂ ਨੈਕਸਟ ਅਸੀਂ ਗੱਲ ਕਰ ਲਈਏ ਪਲਿੰਥ ਦੀ। ਤਾਂ ਪਲਿੰਥ ਆਮ ਤੌਰ 'ਤੇ ਜ਼ਮੀਨ ਦੇ ਪੱਧਰ ਤੋਂ ਬਿਲਕੁਲ ਜੋ ਉੱਪਰ ਅਤੇ ਬੁਨਿਆਦ ਤੋਂ ਤੁਰੰਤ ਜੋ ਬਾਅਦ ਬਣਾਈ ਜਾਂਦੀ ਹੈ। ਇਹ ਫਰਸ਼ ਨੂੰ ਜ਼ਮੀਨੀ ਪੱਧਰ ਤੋਂ ਉੱਪਰ ਚੱਕਦੀ ਹੈ ਅਤੇ ਕਹਿ ਸਕਦੇ ਇਸ ਦੇ ਨਾਲ ਸਤ੍ਹਾ ਦੇ ਪਾਣੀ ਨੂੰ ਇਮਾਰਤ ਵਿੱਚ ਦਾਖਲ ਹੋਣ ਤੋਂ ਇਹ ਰੋਕਦਾ ਹੈ। ਜਿਵੇਂ ਕਿ ਤੁਹਾਨੂੰ ਇਹ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਪਲਿੰਥ ਲੈਵਲ, ਤਾਂ ਇਸ ਨੂੰ ਅਸੀਂ ਪਲਿੰਥ ਦਾ ਨਾਮ ਦਿੰਦੇ ਹਾਂ। ਥੱਲੇ ਫਾਊਂਡੇਸ਼ਨ ਕੀਤੀ ਹੋਈ ਹੈ, ਇਹ ਗਰਾਊਂਡ ਲੈਵਲ ਤੋਂ ਜਸਟ ਅਬਾਊ ਤੁਹਾਨੂੰ ਉੱਪਰ ਦਿਖਾਈ ਦੇ ਰਿਹਾ ਤਸਵੀਰ ਦੇ ਉੱਪਰ ਪਲਿੰਥ ਲੈਵਲ। ਤਾਂ ਅਸੀਂ ਨੈਕਸਟ ਅੱਗੇ ਵੱਧਦੇ ਹਾਂ। ਤਾਂ ਸਭ ਤੋਂ ਇੰਪੋਰਟੈਂਟ ਲੇਅਰ ਜੋ ਪਲਿੰਥ ਤੋਂ ਬਾਅਦ ਅਸੀਂ ਪਾਉਂਦੇ ਹਾਂ ਬਿਲਕੁਲ ਜਸਟ ਪਲਿੰਥ ਦੇ ਬਾਅਦ ਹੀ, ਜਿਹਨੂੰ ਅਸੀਂ ਡੈਮ ਪ੍ਰੂਫ ਕੋਰਸ ਕਹਿੰਦੇ ਹਾਂ। DPC ਅਕਸਰ ਇੱਕ ਮੈਸਨ ਦੁਆਰਾ ਇਸ ਦੀ ਸਟੈਂਡਰਡ ਲੈਂਗੁਏਜ ਬੋਲੀ ਜਾਂਦੀ ਹੈ। ਤਾਂ ਡੈਮ ਪ੍ਰੂਫ ਕੋਰਸ ਵਾਟਰ ਪ੍ਰੂਫਿੰਗ ਸਮੱਗਰੀ ਦੀ ਇੱਕ ਪਰਤ ਹੈ।
परत हुंदी है जो अक्सर जिवें कह सकते हैं परत है जिवें कि वाटरप्रूफ सीमेंट आदि कंध नूं इस DPC ਦੇ ਉੱਪਰ ਬਣਾਇਆ ਜਾਂਦਾ ਹੈ जो DPC ਦੇ ਉੱਪਰ ਹੀ ਉਸ ਤੋਂ ਬਾਅਦ ਦੀਵਾਰ ਨੂੰ ਬਣਾਇਆ ਜਾਂਦਾ ਬਾਅਦ 'ਚ। ਤਾਂ ਇਸ ਪ੍ਰੂਫ ਕੋਰਸ ਸਤਹ ਦੇ ਪਾਣੀ ਨੂੰ ਦੀਵਾਰ ਤੋਂ ਰੋਕਣ ਤੋਂ ਚੜ੍ਹਨ ਤੋਂ ਰੋਕਦੀ ਹੈ। ਕੋਈ ਵੀ ਜੋ ਸੇਮ ਹੈ ਜਾਂ ਡੈਂਪਨੈਸ ਹੈ ਉਹ ਤੁਹਾਡੀ ਦੀਵਾਰ ਦੇ ਵਿੱਚ ਐਂਟਰ ਨਾ ਕਰੇ, ਇਸ ਲਈ ਇਸਨੂੰ ਇਸ ਲੇਅਰ ਨੂੰ ਪ੍ਰੋਵਾਈਡ ਕਰਾਇਆ ਜਾਂਦਾ। ਗਿੱਲਾਪਨ ਕੰਧਾਂ ਦੀ ਤਾਕਤ ਨੂੰ ਘਟਾ ਦਿੰਦਾ ਹੈ ਅਤੇ ਗੈਰ ਤੰਦਰੁਸਤ ਰਹਿਣ ਦੇ ਹਾਲਾਤ ਪੈਦਾ ਕਰਦਾ ਹੈ ਅਤੇ ਨਾਲ ਹੀ ਇਹ ਪੇਂਟ ਅਤੇ ਪਲਾਸਟਰ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਦੇਖਭਾਲ ਦੀ ਲਾਗਤ ਨੂੰ ਵੀ ਵਧਾਉਂਦਾ ਆਪਣਾ। ਜੇਕਰ ਆਪਾਂ DPC ਕੋਰਸ ਨਹੀਂ ਦਿੰਦੇ ਤਾਂ ਅਕਸਰ ਆਪਣੇ ਘਰਾਂ ਦੇ ਵਿੱਚ ਇਹ ਪ੍ਰੋਬਲਮਸ ਆਉਂਦੀਆਂ ਨੇ। ਡੈਮ ਪ੍ਰੂਫਿੰਗ ਲੇਅਰ ਦੀ ਜ਼ਰੂਰਤ ਨਹੀਂ ਹੁੰਦੀ। ਜਿੱਥੇ ਪਲਿੰਥ ਬੀਮ ਅਸੀਂ ਪ੍ਰੋਵਾਈਡ ਕਰਵਾ ਦਿੰਦੇ ਉੱਥੇ ਅਕਸਰ DPC ਨਾ ਪ੍ਰੋਵਾਈਡ ਕਰਵਾਇਆ ਜਾਏ ਤਾਂ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ, ਕਿਉਂਕਿ ਪਲਿੰਥ ਬੀਮ ਪਹਿਲਾਂ ਹੀ DPC ਦੀ ਤਰ੍ਹਾਂ ਹੀ ਆਪਣਾ ਵਰਕਆਊਟ ਕਰਦਾ ਹੈ। ਤਾਂ DPC ਲੇਅਰ ਅਸੀਂ ਉੱਥੇ ਪ੍ਰੋਵਾਈਡ ਕਰਵਾਉਂਦੇ ਹਾਂ ਜਿੱਥੇ ਡੈਂਪਨੈਸ ਦਾ ਜ਼ਿਆਦਾ ਖਤਰਾ ਹੈ ਅਤੇ ਅਕਸਰ ਅੱਜ ਕੱਲ੍ਹ ਇਹ ਹਰ ਇੱਕ ਮਕਾਨ ਦੇ ਵਿੱਚ ਇਸ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ। ਤਾਂ ਹੁਣ ਅਸੀਂ ਇਹ ਗੱਲ ਕਰਦੇ ਹਾਂ ਪਲਿੰਥ ਬੀਮ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ, ਪਲਿੰਥ ਬੀਮ ਅਤੇ DPC ਦਾ ਇਹ ਅਕਸਰ ਸੇਮ ਜਿਹਾ ਕੰਮ ਹੁੰਦਾ ਹੈ। ਮਿੱਟੀ ਦੇ ਸੁਭਾਅ ਦੀ ਇਮਾਰਤ ਅਤੇ ਕਿਸਮਤ 'ਤੇ ਨਿਰਭਰ ਕਰਦਾ ਹੈ ਕਿ ਪਲਿੰਥ ਬੀਮ ਬਣਾਇਆ ਜਾਊਗਾ ਜਾਂ ਨਹੀਂ। ਇਹ ਇਮਾਰਤ ਦੇ ਨੁਕਸਾਨ ਦੇ ਨਿਪਟਾਰੇ ਸੰਬੰਧ ਵਿੱਚ ਆਂਤਰਿਕ ਸਥਿਰਤਾ ਪ੍ਰਦਾਨ ਕਰਦਾ ਹੈ। ਤਾਂ ਬੌਂਡਿੰਗ ਅੱਛੀ ਹੋ ਜਾਂਦੀ ਹੈ ਬਿਲਡਿੰਗ ਦੀ ਜੇ ਅਸੀਂ ਇਹਨੂੰ ਪ੍ਰੋਵਾਈਡ ਕਰਾਉਂਦੇ ਹਾਂ। ਤਾਂ ਕਹਿ ਸਕਦੇ ਹਾਂ ਕਿ ਇੱਕ ਅੱਛੀ ਬੌਂਡਿੰਗ ਦੇ ਲਈ ਵੀ ਅਸੀਂ ਇਸ ਨੂੰ ਪ੍ਰੋਵਾਈਡ ਕਰਾਉਂਦੇ ਹਾਂ। ਜਿਵੇਂ ਕਿ ਤੁਹਾਨੂੰ ਇਹ ਤਸਵੀਰ ਦੇ ਵਿੱਚ ਹੌਰੀਜ਼ੋਂਟਲੀ ਦਿਖਾਈ ਦੇ ਰਿਹਾ ਬੀਮ ਇੱਕ, ਉਸ ਨੂੰ ਅਸੀਂ ਪਲਿੰਥ ਬੀਮ ਦਾ ਨਾਮ ਦਿੰਦੇ ਹਾਂ। ਤਾਂ ਨੈਕਸਟ ਅਸੀਂ ਡਿਸਕਸ਼ਨ ਕਰਦੇ ਹਾਂ ਫਲੋਰਸ ਤੋਂ ਦਿਖਾਈ ਦੇ ਰਿਹਾ ਕਿ ਫਰਸ਼ ਜੋ ਕਿ ਇੱਕ ਇੰਪੋਰਟੈਂਟ ਪਾਰਟ ਹੈ ਬਿਲਡਿੰਗ ਦਾ। ਫਰਸ਼ ਦੇ ਨਾਲ ਹੀ ਅਸੀਂ ਪੋਸੀਬਿਲਿਟੀ ਹੁੰਦੀ ਹੈ ਕਿ ਕੋਈ ਵੀ ਸਾਡਾ ਸਮਾਨ ਇੱਕ ਹੌਰੀਜ਼ੋਂਟਲ ਸਤ੍ਹਾ ਦੇ ਉੱਤੇ ਜਾਂ ਅਸੀਂ ਖੁਦ ਇੱਕ ਹੌਰੀਜ਼ੋਂਟਲ ਸਤ੍ਹਾ ਦੇ ਉੱਤੇ ਖੜ੍ਹ ਪਾਉਂਦੇ ਹਾਂ। ਇਹ ਇੱਕ ਉਹ ਸਤ੍ਹਾ ਹੈ ਜਿਸ ਦੀ ਆਪਣੀਆਂ ਜ਼ਿਆਦਾਤਰ ਗਤੀਵਿਧੀਆਂ ਕਰਦੇ ਹਾਂ। ਅਸੀਂ ਇਸ ਦੇ ਉੱਪਰ ਹੀ ਕਰਦੇ ਹਾਂ। ਫਲੋਰਿੰਗ ਨੂੰ ਵੱਖ ਸਮੱਗਰੀ ਨਾਲ ਤਿਆਰ ਕੀਤਾ ਜਾ ਸਕਦਾ, ਪਰ ਧਿਆਨ ਦੇਣਾ ਲਾਜ਼ਮੀ ਹੈ ਕਿ ਫਰਸ਼ ਦੇ ਹੇਠਾਂ ਜ਼ਮੀਨ ਚੰਗੀ ਤਰ੍ਹਾਂ ਕੰਸੋਲੀਡੇਟ ਹੋਣੀ ਚਾਹੀਦੀ ਹੈ, ਤੁਹਾਡੀ ਸੈਟਲਮੈਂਟ ਹੋਣੀ ਚਾਹੀਦੀ ਹੈ, ਕੰਪੈਕਟ ਹੋਣੀ ਚਾਹੀਦੀ ਹੈ, ਤਾਂ ਜੋ ਤੁਹਾਡਾ ਜੋ ਫਰਸ਼ ਹੈ ਉਹ ਖ਼ਰਾਬ ਨਾ ਹੋਵੇ ਜਾਂ ਜੋ ਵੀ ਇੱਕ ਸਾਈਡ ਕਈ ਵਾਰੀ ਕੀ ਹੁੰਦਾ ਉਸ ਨੂੰ ਕੰਪੈਕਟ ਨਾ ਕਰਕੇ ਸਿੱਧਾ ਕਈ ਵਾਰੀ ਫਰਸ਼ ਲਗਾ ਦਿੱਤਾ ਜਾਂਦਾ ਤਾਂ ਉਹ ਬਾਅਦ 'ਚ ਪ੍ਰੋਬਲਮ ਕ੍ਰੀਏਟ ਕਰਦਾ। ਤਾਂ ਅਲੱਗ ਤਰ੍ਹਾਂ ਦੇ ਜੋ ਤੁਸੀਂ ਫਲੋਰਸ ਦੇਖਦੇ ਹੋ, ਅਕਸਰ ਤੁਸੀਂ ਘਰਾਂ ਦੇ ਵਿੱਚ ਵੀ ਆਪਦੇ ਫਲੋਰਸ ਲਗਾਏ ਹੋਏ ਨੇ ਸਟੂਡੈਂਟ, ਤਾਂ ਇਹ ਅਲੱਗ ਤਰ੍ਹਾਂ ਦੇ ਫਲੋਰਸ ਜੋ ਇੱਕ ਬਿਲਡਿੰਗ ਦੇ ਵਿੱਚ ਹੁੰਦੇ ਹਨ। ਨੈਕਸਟ ਵਾਲ ਦੀ ਗੱਲ ਕਰਦੇ। ਕੰਧਾਂ ਜੋ ਹੁੰਦੀਆਂ ਇੱਕ ਲੰਬਕਾਰੀ ਹਿੱਸਾ ਹਨ ਅਤੇ ਆਖਿਰਕਾਰ ਛੱਤ 'ਤੇ ਜੋ ਇਸ ਦੇ ਉੱਪਰ ਹੀ ਆਰਾਮ ਕਰਦੀ ਆਪਣੀ ਜੋ ਛੱਤ ਹੈ। ਇਹ ਇੱਟਾਂ, ਪੱਥਰ, ਕੰਕਰੀਟ ਬਲੋਕਸ ਆਦਿ ਦੇ ਵੱਖੋ ਵੱਖਰੀਆਂ ਸਮੱਗਰੀਆਂ ਤੋਂ ਬਣਾਈਆਂ ਜਾ ਸਕਦੀਆਂ ਹਨ। ਜੇ ਕੰਧ ਬਹੁਤ ਲੰਬੀ ਹੈ ਤਾਂ ਛੱਤ ਨੂੰ ਚੁੱਕਣ ਲਈ ਆਪਾਂ ਕਾਲਮਸ ਆਦਿ ਪ੍ਰਦਾਨ ਕੀਤੇ ਜਾਂਦੇ ਹਨ। ਅਤੇ ਜੋ ਕੰਧਾਂ ਨੇ ਮੇਨ ਉਹਨਾਂ ਦਾ ਮਕਸਦ ਜਿਵੇਂ ਕਹਿ ਸਕਦੇ ਹਾਂ ਅੱਜ ਕੱਲ੍ਹ ਬਹੁਤ ਸਾਰੇ ਮੋਲਸ ਨੇ ਉਹ ਸਿੱਧੇ ਆਪਾਂ ਕਹਿ ਸਕਦੇ ਕਾਲਮਸ ਦੇ ਉੱਪਰ ਹੀ ਜੋ ਕਿ ਆਪਣੇ ਛੱਤਾਂ ਬਣਾ ਦਿੱਤੀਆਂ ਜਾਂਦੀਆਂ ਨੇ, ਸਲੈਬਸ ਪਾ ਦਿੱਤੀਆਂ ਜਾਂਦੀਆਂ ਨੇ ਅਤੇ ਬਾਅਦ 'ਚ ਅਸੀਂ ਪਾਰਟੀਸ਼ਨ ਦੇ ਲਈ ਹੀ ਸਿਰਫ ਦੀਵਾਰਾਂ ਨੂੰ ਯੂਜ਼ ਕਰਦੇ ਹਾਂ। ਤਾਂ ਕੰਧਾਂ ਗੋਪਨੀਯਤਾ ਘੇਰਾ ਪ੍ਰਦਾਨ ਕਰਦੀਆਂ ਹਨ। ਕੰਧਾਂ ਕੁਦਰਤੀ ਤੱਤ ਜਿਵੇਂ ਹਵਾ, ਮੀਂਹ, ਧੁੱਪ ਤੋਂ ਸੁਰੱਖਿਆ ਵੀ ਪ੍ਰਦਾਨ ਆਪਾਂ ਨੂੰ ਕਰਦੀਆਂ ਨੇ। ਤਾਂ ਦੀਵਾਰਾਂ ਦਾ ਵੀ ਇਹ ਬਹੁਤ ਜ਼ਿਆਦਾ ਮੇਨ ਮਕਸਦ ਹੈ। ਅਤੇ ਨੈਕਸਟ ਅਸੀਂ ਹੁਣ ਜੇ ਗੱਲ ਕਰੀਏ ਨੈਕਸਟ ਪਾਰਟ ਦੀ, ਤਾਂ ਉਹ ਹੈ ਆਪਣੀਆਂ ਓਪਨਿੰਗਸ। ਤਾਂ ਓਪਨਿੰਗਸ ਦੇ ਵਿੱਚ ਜਿਵੇਂ ਕਿ ਖੁੱਲ੍ਹੇ ਦਰਵਾਜ਼ੇ, ਖਿੜਕੀਆਂ ਅਤੇ ਵੈਂਟੀਲੇਟਰ ਦੇ ਤੌਰ 'ਤੇ ਆਮ ਤੌਰ 'ਤੇ ਕੰਧਾਂ ਵਿੱਚ ਓਪਨਿੰਗ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਦਰਵਾਜ਼ੇ ਪਹੁੰਚ ਪ੍ਰਦਾਨ ਕਰਦੇ ਹਨ, ਜਿਵੇਂ ਕਿ ਵਿੰਡੋਜ਼ ਅਤੇ ਵੈਂਟੀਲੇਟਰ ਰੋਸ਼ਨੀ ਦੇ ਲਈ ਅਤੇ ਹਵਾਦਾਰੀ ਜੋ ਸਾਨੂੰ ਪ੍ਰੋਵਾਈਡ ਕਰਾਉਂਦੇ ਹਨ। ਤਾਂ ਲਿੰਟਲਸ ਖੁੱਲ੍ਹਣਾ ਜਿਵੇਂ ਕਿ ਓਪਨਿੰਗ ਦੇ ਬਿਲਕੁਲ ਉੱਪਰ ਬਣਾਏ ਜਾਂਦੇ ਹਨ ਅਤੇ ਇਹ ਆਮ ਤੌਰ 'ਤੇ ਪੱਥਰ ਜਾਂ ਸਲੈਬ ਜਾਂ ਕੰਕਰੀਟ ਦਾ ਸਲੈਬ ਹੁੰਦਾ। ਤਾਂ ਇਹ ਚੀਜ਼ਾਂ ਸਾਡੀਆਂ ਓਪਨਿੰਗਸ ਦੇ ਵਿੱਚ ਆਉਂਦੀਆਂ ਨੇ। ਨੈਕਸਟ ਅਸੀਂ ਗੱਲ ਕਰੀਏ ਸਟੇਅਰ ਦੀ। ਤਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਹੀ ਰਹੇ ਹੋ ਕਿ ਸਟੇਅਰ ਦੇ ਅਲੱਗ ਜੋ ਪਾਰਟਸ ਨੇ ਉਹ ਤਸਵੀਰ ਦੇ ਵਿੱਚ ਬਿਲਕੁਲ ਸਾਫ਼ ਦਿਖਾਈ ਦੇ ਰਹੇ ਨੇ। ਜੇ ਹੁਣ ਅਸੀਂ ਗੱਲ ਕਰੀਏ ਇੱਕ ਪੌੜੀ ਜਿਹੜੀ ਹੈ, ਕਈ ਪੌੜੀਆਂ ਦਾ ਇੱਕ ਛੋਟੇ ਸਟੈਪ ਦਾ ਜੋ ਕਿ ਕੰਬੀਨੇਸ਼ਨ ਹੁੰਦਾ, ਇਹ ਇੱਕ ਫਰਸ਼ ਤੋਂ ਦੂਸਰੇ ਫਰਸ਼ ਦੇ ਵਿਚਕਾਰ ਚੜ੍ਹਨ ਅਤੇ ਉਤਰਨ ਦੇ ਲਈ ਅਸੀਂ ਪ੍ਰਦਾਨ ਕੀਤੀ ਜਾਂਦੀ ਹੈ। ਉਹ ਇਮਾਰਤ ਦਾ ਅਪਾਰਟਮੈਂਟ ਦਾ ਕਮਰਾ ਜਿਸ ਵਿੱਚ ਸਟੇਅਰਸ ਨੇ ਉਸਨੂੰ ਅਸੀਂ ਸਟੇਅਰ ਕੇਸ ਵੀ ਕਿਹਾ ਜਾਂਦਾ ਹੈ। ਇਮਾਰਤ ਵਿੱਚ ਵੱਖੋ ਵੱਖਰੇ ਤਰ੍ਹਾਂ ਦੀਆਂ ਜੋ ਪੌੜੀਆਂ ਜਿੱਥੇ ਵਰਤੀਆਂ ਜਾਂਦੀਆਂ ਜਿਵੇਂ ਕਿ RCC ਜਿਹੜੀ ਪੌੜੀ ਹੈ,
ਲੱਕੜ ਦੀ ਜੋ ਕਿ ਆਇਰਨ ਦੀਆਂ ਵੀ ਅੱਜ ਕੱਲ੍ਹ ਮੈਟਲਸ ਦੀਆਂ ਵੀ ਪੌੜੀਆਂ ਬਣਾਉਣੀਆਂ, ਇੱਟਾਂ ਦੀਆਂ ਪੌੜੀਆਂ, ਆਮ ਤੌਰ 'ਤੇ ਅਲੱਗ-ਅਲੱਗ ਪ੍ਰਕਾਰ ਦੀਆਂ ਜੋ ਅਸੀਂ ਸਟੇਅਰ ਨੇ ਘਰਾਂ ਦੇ ਵਿੱਚ ਪ੍ਰੋਵਾਈਡ ਕਰਵਾਉਂਦੇ ਹਾਂ। ਤਾਂ ਸਟੇਅਰ ਵੀ ਇੱਕ ਬਹੁਤ ਜ਼ਰੂਰੀ ਹਿੱਸਾ ਹੈ ਇੱਕ ਬਿਲਡਿੰਗਸ ਦੇ ਲਈ। ਨੈਕਸਟ ਅਸੀਂ ਗੱਲ ਕਰੀਏ ਰੂਫਸ, ਜਿਹਨੂੰ ਅਸੀਂ ਛੱਤਾਂ ਦਾ ਨਾਮ ਦਿੰਦੇ ਹਾਂ, ਪੰਜਾਬੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ। ਛੱਤ ਇਮਾਰਤ ਅਤੇ ਇਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੇਨ ਜੋ ਸੇਫਟੀ ਪ੍ਰੋਵਾਈਡ ਕਰਵਾਉਂਦੀਆਂ ਨੇ। ਛੱਤਾਂ ਕੰਧ 'ਤੇ ਵੀ ਟਿਕੀਆਂ ਹੋ ਸਕਦੀਆਂ ਜਾਂ ਅਸੀਂ ਕਾਲਮਸ 'ਤੇ ਵੀ ਸਿੱਧਾ ਅਸੀਂ ਇਹਨੂੰ ਸਟੇ ਕਰਵਾ ਸਕਦੇ ਹਾਂ। ਇੱਕ ਛੱਤ ਦੀਆਂ ਵੱਖ-ਵੱਖ ਆਕਾਰ ਹੋ ਸਕਦੀਆਂ ਨੇ, ਪਰ ਇਹ ਜੋ ਫਲੈਟ ਜਾਂ ਢਲਾਣ ਵਾਲੀਆਂ ਜ਼ਿਆਦਾਤਰ ਆਪਣੇ ਯੂਜ਼ ਕੀਤੀਆਂ ਜਾਂਦੀਆਂ ਨੇ ਆਪਣੇ ਏਰੀਏ ਦੇ ਵਿੱਚ। ਤਾਂ ਤੁਸੀਂ ਇਸ ਦੇ ਵਿੱਚ ਤਸਵੀਰ ਦੇ ਵਿੱਚ ਸਾਫ਼ ਦੇਖ ਰਹੇ ਹੋ ਅਲੱਗ-ਅਲੱਗ ਜੋ ਤਸਵੀਰਾਂ ਦੇ ਅਲੱਗ-ਅਲੱਗ ਜੋ ਛੱਤਾਂ ਨੇ ਆਮ ਘਰਾਂ ਦੇ ਵਿੱਚ ਜਿਹੜੀਆਂ ਬਣਾਈਆਂ ਜਾਂਦੀਆਂ ਨੇ, ਤਾਂ ਇਹ ਰੂਫ ਸੀਗੀਆਂ। ਨੈਕਸਟ ਜੋ ਪਾਰਟ ਹੈ ਆਪਣਾ ਸਰਫੇਸ ਫਿਨਿਸ਼ ਬਾਹਰੀ ਮੁਕੰਮਲ ਸੁਰੱਖਿਆ ਦੇ ਬਾਹਰੀ ਪਰਤ ਨੂੰ ਜੋ ਕਿ ਢਾਂਚੇ ਨੂੰ ਮਤਲਬ ਮੌਸਮ ਤੋਂ ਬਚਾਉਂਦੀ, ਜੋ ਆਪਣੀ ਬਿਲਡਿੰਗਸ ਨੂੰ ਜਿਹਨੂੰ ਅਸੀਂ ਪਲਾਸਟਰ ਕਹਿ ਸਕਦੇ ਹਾਂ, ਮੌਸਮ ਤੋਂ ਬਚਾਉਣ ਦੇ ਲਈ ਜਾਂ ਦੀਵਾਰਾਂ ਨੂੰ ਬਚਾਉਣ ਲਈ ਅਸੀਂ ਅਕਸਰ ਜੋ ਬਾਹਰ ਪਲਾਸਟਰ ਕਰਦੇ ਹਾਂ ਅਸੀਂ ਉਸਨੂੰ ਸਰਫੇਸ ਫਿਨਿਸ਼ਸ ਦਾ ਨਾਮ ਦਿੰਦੇ ਹਾਂ। ਕੁਛ ਪਾਰਟਸ ਸੀਗੇ ਬਿਲਡਿੰਗ ਦੇ ਜੋ ਬਹੁਤ ਜ਼ਰੂਰੀ ਨੇ, ਇੱਕ ਨੰਬਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੇ ਪਾਰਟਸ ਦੇ ਬਾਰੇ ਮੇਂ। ਹੁਣ ਅਸੀਂ ਗੱਲ ਕਰ ਸਕਦੇ ਹਾਂ ਕਟਿੰਗ ਔਰ ਓਪਨਿੰਗ ਇਨ ਸਟਰਕਚਰ। ਤਾਂ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਜੇਕਰ ਅਸੀਂ ਡਰਿਲਿੰਗ ਦੀ ਗੱਲ ਕਰੀਏ ਤਾਂ ਜਿਵੇਂ ਕਿ ਅਸੀਂ ਡਰਿਲਿੰਗ ਵੀ ਵਰਤਦੇ ਹਾਂ ਕਟਿੰਗ ਕਰਨ ਦੇ ਲਈ, ਹੋਲ ਕਰਨ ਦੇ ਲਈ ਅਸੀਂ ਇੱਕ ਕਟਿੰਗ ਉਪਕਰਨੀ ਹੈ। ਇੱਕ ਡਰਿਲ ਬਹੁਤ ਹੀ ਸ਼ਕਤੀਸ਼ਾਲੀ ਅਤੇ ਸੰਭਾਵੀ ਤੌਰ 'ਤੇ ਖਤਰਨਾਕ ਟੂਲ ਹੈ। ਇੱਕ ਡਰਿਲ ਆਸਾਨੀ ਨਾਲ ਕੰਧ ਵਿੱਚ ਛੇਕ ਕਰ ਸਕਦੀ ਹੈ। ਹਾਲਾਂਕਿ ਇੱਕ ਡਰਿਲ ਦੀ ਵਰਤੋਂ ਕਰਦੇ ਸਮੇਂ ਸਾਨੂੰ ਬਹੁਤ ਹੀ ਜ਼ਰੂਰੀ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ, ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ। ਤਾਂ ਉਹ ਆਪਾਂ ਜੇ ਡਿਸਕਸ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਤਾਂ ਡਰਿਲ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀਵਾਰ ਨਾਲ ਚੱਲ ਰਹੀ ਬਿਜਲੀ ਦੀ ਕੇਬਲ ਦੀ ਜਾਂਚ ਕਰੋ, ਕਿਉਂਕਿ ਇਹ ਜੋ ਕਿ ਤੁਹਾਡੇ ਵਾਸਤੇ ਘਾਤਕ ਹੋ ਸਕਦੀ ਹੈ। ਕੇਬਲਸ ਜੋ ਵੀ ਕਿਉਂਕਿ ਇਲੈਕਟ੍ਰੀਸਿਟੀ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਖਤਰਨਾਕ ਹੁੰਦਾ। ਜੇਕਰ ਤੁਹਾਡੀ ਕੋਈ ਵੀ ਕੇਬਲ ਖ਼ਰਾਬ ਹੈ ਤਾਂ ਉਸਨੂੰ ਚੇਂਜ ਕਰੋ, ਤਾਂ ਉਸ ਤੋਂ ਬਾਅਦ ਹੀ ਉਸ ਡਰਿਲ ਨੂੰ ਯੂਜ਼ ਕਰੋ। ਕਦੇ ਵੀ ਢਿੱਲੇ ਕੱਪੜੇ ਪਹਿਨ ਕੇ ਜਾਂ ਆਮ ਨੋਰਮਲ ਕੱਪੜੇ ਪਹਿਨ ਕੇ ਜਿਵੇਂ ਕਿ ਕੁੜਤਾ ਪਜਾਮਾ ਜਾਂ ਇਹ ਕੱਪੜੇ ਪਹਿਨ ਕੇ ਤੁਸੀਂ ਵਰਕਆਊਟ ਨਾ ਕਰੋ, ਤਾਂ ਕਿ ਇਹ ਕਿਸੇ ਮਸ਼ੀਨ ਦੇ ਵਿੱਚ ਜਾਂ ਡਰਿਲ ਦੇ ਵਿੱਚ ਕੋਈ ਕੱਪੜਾ ਆ ਜਾਂਦਾ ਹੈ ਜਾਂ ਜਦੋਂ ਆਪਾਂ ਚੁੱਕ ਕੇ ਕੰਮ ਕਰਦੇ ਹਾਂ ਤਾਂ ਕੋਈ ਵੀ ਅਗਰ ਜੇ ਕੱਪੜਾ ਜਾਂ ਗਲ 'ਚ ਪਾਇਆ ਹੋਇਆ ਸਾਫਾ ਜਾਂ ਉਹ ਡਰਿਲ ਦੇ ਵਿੱਚ ਕਵਰ ਅਪ ਹੋ ਜਾਂਦਾ ਤਾਂ ਸਾਡੇ ਲਈ ਉਹ ਨੁਕਸਾਨਦਾਇਕ ਹੋ ਸਕਦਾ। ਤੀਸਰਾ ਜੇ ਅਸੀਂ ਗੱਲ ਕਰੀਏ ਤਾਂ ਡਰਿਲ ਬਿਟ ਵਰਤੋਂ ਦੇ ਨਾਲ ਗਰਮ ਹੋ ਜਾਂਦੀ ਹੈ, ਇਸ ਲਈ ਇਸ ਨੂੰ ਆਪਣੇ ਹੱਥ ਤੋਂ ਦੂਰ ਰੱਖੋ। ਕਦੀ ਵੀ ਯੂਜ਼ ਕਰਨ ਤੋਂ ਬਾਅਦ ਡਰਿਲ ਬਿਟਸ ਦੇ ਉੱਪਰ ਹੱਥ ਨਾ ਲਗਾਓ, ਤਾਂ ਕਿ ਤੁਹਾਡਾ ਹੱਥ ਵੀ ਜਲ ਸਕਦਾ ਕਿਉਂਕਿ ਬਹੁਤ ਜ਼ਿਆਦਾ ਡਰਿਲ ਗਰਮ ਹੋ ਜਾਂਦੀ ਹੈ। ਜੇ ਹੁਣ ਅਸੀਂ ਗੱਲ ਕਰ ਲਈਏ, ਇਹ ਤਸਵੀਰ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਕਿਵੇਂ ਅਲੱਗ-ਅਲੱਗ ਡਰਿਲਸ ਦੇ ਜੋ ਪ੍ਰੀਕਾਸ਼ਨਸ ਦਿਖਾਈਆਂ ਗਈਆਂ ਨੇ, ਕਿਵੇਂ ਅਸੀਂ ਇਸ ਨੂੰ ਯੂਜ਼ ਕਰਨਾ ਹੈ। ਤਾਂ ਜੇ ਹੋਰ ਅਸੀਂ ਪ੍ਰੀਕਾਸ਼ਨਸ ਦੀ ਗੱਲ ਕਰੀਏ, ਮੈਂ ਤੁਹਾਨੂੰ ਦੱਸ ਦੇਵਾਂ ਜਿਵੇਂ ਕਿ ਜੇ ਤੁਸੀਂ ਟਾਈਲਾਂ ਵਿੱਚ ਡਰਿਲ ਕਰਦੇ ਹੋ ਤਾਂ ਡਰਿਲ ਜੋ ਕਿ ਤੁਹਾਡੀ ਤਿਲਕਣ ਦਾ ਡਰ ਰਹਿੰਦਾ ਹੈ, ਡਰਿਲ ਬਿਟ ਤੁਹਾਡੀ ਫਿਸਲ ਸਕਦੀ ਹੈ, ਤਾਂ ਉਸ ਦੇ ਲਈ ਸਪੈਸ਼ਲ ਟਾਈਪਸ ਦੀਆਂ ਡਰਿਲਸ ਆਉਂਦੀਆਂ ਨੇ, ਉਹਨੂੰ ਵਰਤਣਾ ਚਾਹੀਦਾ ਹੈ। ਡਰਿਲ ਨੂੰ ਭੜਕਣ ਤੋਂ ਰੋਕਣ ਲਈ ਉਸ ਜਗ੍ਹਾ 'ਤੇ ਇਹ ਮਾਸਕਿੰਗ ਟੇਪ ਦੇ ਛੋਟੇ ਟੁਕੜਿਆਂ ਨੂੰ ਚਿਪਕਾ ਕੇ ਇਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਜੇ ਹੋਰ ਅਸੀਂ ਗੱਲ ਕਰੀਏ, ਜੇ ਤੁਸੀਂ ਪਲਾਸਟਰ ਬੋਰਡ ਵਿੱਚ ਡਰਿਲ ਕਰ ਰਹੇ ਹੋ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਦੀਵਾਰ 'ਤੇ ਟੈਪ ਕਰੋ ਅਤੇ ਕਿਤੇ ਕੋਈ ਖਾਲੀ ਜਗ੍ਹਾ ਤਾਂ ਨਹੀਂ, ਉੱਥੇ ਚੰਗੀ ਤਰ੍ਹਾਂ ਚੈੱਕ ਕਰੋ। ਪਿੱਛੇ ਇਲੈਕਟ੍ਰੀਸਿਟੀ ਦੀ ਕੋਈ ਵਾਇਰ ਤਾਂ ਨਹੀਂ ਜਾ ਰਹੀ, ਉਸਨੂੰ ਚੰਗੀ ਤਰ੍ਹਾਂ ਚੈੱਕ ਕਰੋ। ਤਾਂ ਜੇਕਰ ਵਾਇਰ ਜਾ ਰਹੀ ਹੈ ਤਾਂ ਉਹ ਤੁਹਾਡੇ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ, ਅਤੇ ਇਸ ਲਈ ਇਸ ਚੀਜ਼ ਨੂੰ ਖਾਸ ਧਿਆਨ ਰੱਖੋ। ਇਸ ਉਦੇਸ਼ ਲਈ ਹਮੇਸ਼ਾ ਇੱਕ ਐਕਸਟੈਂਸ਼ਨ ਬੋਰਡ ਦੀ ਵਰਤੋਂ ਕਰੋ, ਕਿਉਂਕਿ ਡਰਿਲ ਲਈ ਲੰਬੇ ਤਾਰ ਦੀ ਜ਼ਰੂਰਤ ਹੁੰਦੀ ਹੈ। ਕਦੇ ਵੀ ਇਹ ਨਾ ਹੋਵੇ ਕਿ ਵਾਇਰ ਛੋਟੀ ਹੋਵੇ ਅਤੇ ਧੱਕੇ ਨਾਲ ਤੁਸੀਂ ਉਸ ਡਰਿਲ ਮਸ਼ੀਨ ਨੂੰ ਥੋੜ੍ਹਾ ਜਿਹਾ ਟਾਈਟਲੀ ਪਕੜ ਕੇ ਯੂਜ਼ ਕਰ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਐਕਸਟੈਂਸ਼ਨ ਬੋਰਡ ਨੂੰ ਯੂਜ਼ ਕਰੋ। ਤਾਂ ਇਹ ਕੁਛ ਜੋ ਸਟੈਪਸ ਸੀਗੀਆਂ ਜਿਵੇਂ ਕਿ ਆਪਾਂ ਨੂੰ ਯੂਜ਼ ਕਰਨੇ ਚਾਹੀਦੇ ਨੇ ਜਦੋਂ ਅਸੀਂ ਡਰਿਲ ਮਸ਼ੀਨ ਯੂਜ਼ ਕਰਦੇ ਹਾਂ। ਤਾਂ ਜੇ ਹੁਣ ਅਸੀਂ ਗੱਲ ਕਰ ਲਈਏ ਕੋਰ ਕਟਿੰਗ ਦੀ, ਤਾਂ ਕੋਰ ਕਟਿੰਗ ਤੋਂ ਭਾਵ ਹੈ ਕਿ ਅਸੀਂ ਬਿਲਡਿੰਗਸ ਦੇ ਵਿੱਚ ਕਿਤੇ ਵੀ ਪਾਈਪਲਾਈਨਸ ਨੂੰ ਦੀਵਾਰਾਂ ਦੇ ਵਿੱਚ ਫਿੱਟ ਕਰਨਾ, ਤਾਂ ਦੀਵਾਰਾਂ ਦੇ ਵਿੱਚ ਪਾਈਪ ਜੋ ਕਿ ਬਾਹਰ ਦਿਖਾਈ ਨਾ ਦੇਣ, ਅੰਦਰ ਹੀ ਫਿੱਟ ਕਰ ਦੇਣਾ, ਉੱਪਰ ਪਲਾਸਟਰ ਹੋ ਜਾਂਦਾ ਤਾਂ ਕਿ ਦੀਵਾਰ ਵਿੱਚ ਦਿਖਾਈ ਨਾ ਦੇਣ ਤੁਹਾਡੀਆਂ ਪਾਈਪਸ ਜੋ ਦੀਵਾਰ ਦੇ ਉੱਪਰ। ਤਾਂ ਇਸ ਨੂੰ ਅਸੀਂ ਕੋਰ ਕਟਿੰਗ ਦਾ ਨਾਮ ਦਿੰਦੇ ਹਾਂ। ਕੋਰ ਜਾਂ ਚੇਜ਼ ਤੋਂ ਭਾਵ ਹੈ ਕੇਬਲ ਜਾਂ ਪਾਈਪਾਂ ਨੂੰ ਕੰਧ ਦੇ ਵਿੱਚ ਦਫਨਾਉਣਾ। ਤਾਂ ਜਦੋਂ ਅਸੀਂ ਪਾਈਪਾਂ ਰੱਖਣ ਜਾਂ ਫਿੱਟ ਕਰਨ ਲਈ ਇੱਕ ਦੀਵਾਰ ਜਗ੍ਹਾ ਬਣਾਈ ਜਾਂਦੀ ਹੈ ਜਿਸ ਨੂੰ ਚੇਜ਼ ਵੀ ਕਿਹਾ ਜਾਂਦਾ।
ਚੇਜ਼ ਕੱਟ ਆਊਟ ਹਮੇਸ਼ਾ ਕੰਨ ਦੀ ਸ਼ੁਰੂਆਤ ਅਤੇ ਅੰਤ ਦੇ ਵਿਚਕਾਰ ਲੰਬਕਾਰੀ ਜਾਂ ਖਤੀਜੀ ਹੋਣੀ ਚਾਹੀਦੀ ਹੈ। ਤੁਹਾਡੀ ਜਿਹੜੀ ਚੇਜ਼ ਹੈ ਹਮੇਸ਼ਾ ਜਾਂ ਤਾਂ ਵਰਟੀਕਲ ਹੋਣੀ ਚਾਹੀਦੀ ਹੈ ਜਾਂ ਹੋਰੀਜ਼ੋਂਟਲ। ਇਨਕਲਾਈਨਡ ਤੁਹਾਡੀ ਨਹੀਂ ਹੋਣੀ ਚਾਹੀਦੀ ਚੇਜ਼ ਕੋਈ ਵੀ, ਜਾਂ ਤਾਂ ਹੋਰੀਜ਼ੋਂਟਲ ਹੋਵੇ ਜਾਂ ਵਰਟੀਕਲ ਹੋਵੇ। ਤਾਂ ਕੁਛ ਗੱਲਾਂ ਜਿਵੇਂ ਕਿ ਚੇਜ਼ ਕਦੀ ਵੀ ਐਂਗਲ ਵਿੱਚ ਨਹੀਂ ਆਪਾਂ ਨੂੰ ਕੱਟਣੀ ਚਾਹੀਦੀ। ਲੰਬਕਾਰੀ ਕੱਟਦੇ ਸਮੇਂ ਧਿਆਨ ਰੱਖਣਾ ਚਾਹੀਦਾ ਕਿ ਚੇਜ਼ ਦੀ ਡੂੰਘਾਈ ਕੰਧ ਦੀ ਮੋਟਾਈ ਦੇ 1/3 ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਵਰਟੀਕਲ ਚੇਜ਼ ਕੱਟ ਕਰ ਰਹੇ ਹੋ। ਤਾਂ ਮੈਂ ਦੁਬਾਰਾ ਫਿਰ ਦੱਸ ਦਿੰਦਾ, ਜੇਕਰ ਤੁਸੀਂ ਵਰਟੀਕਲ ਚੇਜ਼ ਕੱਟ ਕਰ ਰਹੇ ਹੋ ਤਾਂ ਚੇਜ਼ ਦੀ ਡੂੰਘਾਈ ਕੰਧ ਦੀ ਮੋਟਾਈ ਦੇ 1/3 ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਹੋਰੀਜ਼ੋਂਟਲ ਚੇਜ਼ ਕੱਟ ਕਰ ਰਹੇ ਹੋ ਤਾਂ ਕੱਟ ਦੀ ਡੂੰਘਾਈ ਦੇ ਚੌੜਾਈ ਕੰਧ ਦੀ ਮੋਟਾਈ ਤੋਂ 1/6 ਤੋਂ ਵੱਧ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਤੁਸੀਂ ਜ਼ਿਆਦਾ ਚੇਜ਼ ਆਊਟ ਕੱਟ ਕਰਦੇ ਹੋ ਤਾਂ ਬਿਲਡਿੰਗ ਦੀ ਸਟਰੈਂਥ ਪਾਵਰ ਵੀ ਘਟਦੀ ਹੈ। ਤਾਂ ਕਿਉਂਕਿ ਇਸ ਕਰਕੇ ਇਸ ਚੇਜ਼ ਆਊਟ ਕੱਟ ਆਊਟ ਨਹੀਂ ਤੁਸੀਂ ਇਹਦੇ ਵਿੱਚ ਕਰਨਾ। ਇੱਕ ਕੰਨ ਦੇ ਦੋਵਾਂ ਪਾਸਿਆਂ ਵਿੱਚ ਇੱਕੋ ਲਾਈਨ ਦੇ ਵਿੱਚ ਤਾਂ ਕੱਟ ਨਹੀਂ ਕਰਨਾ, ਦੋਵੇਂ ਇੱਕ ਸਾਈਡ ਬੈਕ ਸਾਈਡ, ਤਾਂ ਇਹਦੇ ਕਰਕੇ ਵੀ ਪ੍ਰੋਬਲਮ ਹੋ ਸਕਦੀ ਹੈ। ਤਾਂ ਇਸ ਨੂੰ ਅਸੀਂ ਕੋਰ ਕਟਿੰਗ ਦਾ ਨਾਮ ਦਿੰਦੇ ਹਾਂ। ਇਸ ਤੋਂ ਬਾਅਦ ਜਿਵੇਂ ਫਿਕਸਚਰ ਫਿਟਿੰਗ ਲਈ ਇਮਾਰਤ ਵਿੱਚ ਕਟਿੰਗ ਕਰਨ ਲਈ ਅਲੱਗ-ਅਲੱਗ ਅਸੀਂ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਅਸੀਂ ਕੰਮ ਦੇ ਅਨੁਸਾਰ ਮਸ਼ੀਨ ਚੁਣੀ ਜਾਂਦੀ ਹੈ। ਇਸ ਤੋਂ ਬਾਅਦ ਜਿਸ ਦੀਵਾਰ 'ਤੇ ਕਟਿੰਗ ਕਰਨੀ ਹੈ ਉਸ 'ਤੇ ਪਾਣੀ ਦੇ ਨਾਲ ਅਸੀਂ ਚੰਗੀ ਤਰ੍ਹਾਂ ਤਰਾਈ ਕਰਦੇ ਹਾਂ। ਤਾਂ ਉਸ ਤੋਂ ਬਾਅਦ ਜੋ ਚੌਕ ਨਾਲ ਨਿਸ਼ਾਨ ਲਗਾ ਕੇ ਤਾਂ ਜਿਹੜੀ ਅਸੀਂ ਕਹਿ ਸਕਦੇ ਹਾਂ ਮਸ਼ੀਨ ਦੇ ਨਾਲ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰ ਲਈਏ ਤਾਂ ਜਿਵੇਂ ਇੱਥੇ ਦਿਖਾਈ ਦੇ ਰਿਹਾ ਤਸਵੀਰ ਦੇ ਵਿੱਚ ਕਟਰ ਇੱਕ, ਤਾਂ ਇਮਾਰਤ ਦੀ ਦੀਵਾਰ ਵਿੱਚ ਪਾਈਪਾਂ ਜਾਂ ਹੋਰ ਫਿਕਸਚਰ ਦੀ ਫਿਟਿੰਗ ਲਈ ਕਟਰ ਦੀ ਅਸੀਂ ਅਕਸਰ ਵਰਤੋਂ ਕਰਦੇ ਹਾਂ। ਇਸ ਵਿੱਚ ਇੱਕ ਸਖਤ ਧਾਤ ਦਾ ਜੋ ਬਲੇਡ ਲੱਗਾ ਹੁੰਦਾ, ਤਾਂ ਜੋ ਦੀਵਾਰਾਂ ਦੀ ਸਤ੍ਹਾ ਨੂੰ ਕੱਟਣ ਵਿੱਚ ਸਾਡੀ ਅਕਸਰ ਪੂਰੀ ਤਰ੍ਹਾਂ ਮਦਦ ਕਰਦਾ ਹੈ। ਕਟਰ ਦੇ ਹਿੱਸਿਆਂ ਦੀ ਜੇ ਗੱਲ ਕਰ ਲਈਏ ਤਾਂ ਇਸ ਵਿੱਚ ਬੋਡੀ ਇਹਦੀ ਮੇਨ ਹਿੱਸਾ। ਇਸ ਤੋਂ ਬਾਅਦ ਜੋ ਇਹਦੇ ਵਿੱਚ ਇੱਕ ਵੀਲ ਕਟਰ ਲੱਗਾ, ਹੈਂਡਲ, ਸੇਫਟੀ ਗਾਰਡ ਲੱਗਾ ਹੁੰਦਾ, ਐਲ ਨਟ ਹੁੰਦਾ ਇੱਕ ਇਹਦੇ ਵਿੱਚ, ਅਤੇ ਜੋ ਇਹਦਾ ਮੇਨ ਸਵਿਚ ਆਦਿ ਵਗੈਰਾ ਜੋ ਵੀ ਹੁੰਦਾ ਹੈ। ਇਸ ਦੀ ਵਰਤੋਂ ਅਸੀਂ ਆਸਾਨੀ ਨਾਲ ਜਿਵੇਂ ਇੱਟ ਪੱਥਰ ਨੂੰ ਕੱਟਣ ਲਈ, RCC ਕੱਟਣ ਲਈ, ਲੱਕੜੀ ਆਦਿ ਸਮਾਨ ਨੂੰ ਕੱਟਣ ਲਈ ਜੋ ਕਿ ਅਸੀਂ ਇਸ ਦੀ ਕਟਰ ਦੀ ਵਰਤੋਂ ਕਰ ਸਕਦੇ ਹਾਂ। ਤਾਂ ਜੋ ਇਹਦਾ ਵੀਲ ਹੈ ਉਹ ਅਕਸਰ ਮਾਈਲਡ ਸਟੀਲ ਦਾ ਬਣਿਆ ਹੁੰਦਾ, ਪਰੰਤੂ ਇਸਦੇ ਜੋ ਬਾਹਰਲੇ ਕਿਨਾਰੇ ਆ ਉਹ ਅਬਰੈਸਿਵ ਜਾਂ ਬੌਂਡ ਦੇ ਮਿਸ਼ਰਣ ਦੀ ਪਰਤ ਚੜ੍ਹਾਈ ਜਾਂਦੀ ਹੈ। ਤਾਂ ਸਾਨੂੰ ਅਕਸਰ ਇਸ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਕੂਲੈਂਟ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਬਲੇਡ ਵਰਤੋਂ ਕਰਦੇ ਸਮੇਂ ਬਲੇਡ ਕਾਫੀ ਗਰਮ ਹੋ ਜਾਂਦਾ ਹੈ। ਸੈਕਿੰਡ, ਅਸੀਂ ਜੇ ਕਿਸੇ ਗੱਲ ਕਰ ਲਈਏ ਤਾਂ ਤੁਹਾਨੂੰ ਦੋ ਮਟੀਰੀਅਲ, ਇੱਕ ਛੈਣੀ ਦਿਖਾਈ ਦੇ ਰਹੀ ਹੈ ਜਿਹਨੂੰ ਚੀਜ਼ਲ ਕਿਹਾ ਜਾਂਦਾ, ਅਤੇ ਇੱਕ ਦਿਖਾਈ ਦੇ ਰਿਹਾ ਅਸੀਂ ਇਹ ਵੀ ਇੱਕ ਕਟਰ ਦੀ ਤਰ੍ਹਾਂ ਜੋ ਕਿ ਯੂਜ਼ ਕੀਤਾ ਜਾਂਦਾ, ਗ੍ਰਾਈਂਡਰ ਜਿਹਨੂੰ ਅਸੀਂ ਕਹਿ ਸਕਦੇ ਹਾਂ। ਇਹਦੀ ਅਸੀਂ ਵਰਤੋਂ ਕਰਦੇ ਹਾਂ ਦੋ ਕਟਿੰਗ ਕਰਨ ਦੇ ਲਈ। ਤਾਂ ਨੈਕਸਟ ਅਸੀਂ ਗੱਲ ਕਰ ਲਈਏ, ਇਹਨੂੰ ਐਂਗਲ ਗ੍ਰਾਈਂਡਰ ਵੀ ਕਿਹਾ ਜਾਂਦਾ। ਪ੍ਰੀਕੋਸ਼ਨਸ ਡਿਊਰਿੰਗ ਜੋ ਵੀ ਅਸੀਂ ਕਟਿੰਗ ਕਰਦੇ ਹਾਂ ਜਾਂ ਕੋਈ ਵੀ ਕੀ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਸਾਨੂੰ ਕੰਮ ਦੇ ਅਨੁਸਾਰ ਬਿਜਲੀ ਦੀ ਤਾਰ ਦੀ ਲੰਬਾਈ ਰੱਖਣੀ ਚਾਹੀਦੀ ਹੈ। ਦੂਸਰਾ ਨੰਬਰ, ਤਾਰ ਨੂੰ ਜਿੱਥੋਂ ਜੋੜਿਆ ਗਿਆ ਹੈ ਉੱਥੋਂ ਚੰਗੀ ਤਰ੍ਹਾਂ ਸਾਨੂੰ ਟੇਪ ਕਰਨਾ ਚਾਹੀਦਾ। ਮਾਸਕ ਦੀ ਅਕਸਰ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ। ਦੀਵਾਰ ਦੀ ਕਟਿੰਗ ਕਰਨ ਸਮੇਂ ਦੀਵਾਰ ਨੂੰ ਚੰਗੀ ਤਰ੍ਹਾਂ ਤੁਸੀਂ ਗਿੱਲਾ ਕਰ ਲਓ, ਕਿਊਰਿੰਗ ਕਰ ਲਓ ਉਹਦੀ ਦੀਵਾਰ ਦੀ ਕਟਿੰਗ ਕਰਨ ਸਮੇਂ ਗਿੱਲਾ ਕਰ ਲਿਆ ਜਾਵੇ। ਇਸ ਨੂੰ ਚੰਗੀ ਤਰ੍ਹਾਂ ਪੰਜਵਾਂ ਪੁਆਇੰਟ, ਅਸੀਂ ਕਟਿੰਗ ਕਰਨ ਤੋਂ ਪਹਿਲਾਂ ਮਾਰਕਿੰਗ ਚੰਗੀ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ। ਕੰਮ ਦੇ ਅਨੁਸਾਰ ਹੀ ਸਾਨੂੰ ਬਲੇਡ ਨੂੰ ਫਿਕਸ ਕਰਨਾ ਚਾਹੀਦਾ। ਆਪਣੀ ਮਰਜ਼ੀ ਨਾਲ ਵੀ ਕੋਈ ਬਲੇਡ ਸਾਨੂੰ ਫਿਕਸ ਨਹੀਂ ਕਰਨਾ ਚਾਹੀਦਾ। ਸਾਫ ਸੁਥਰੇ ਤਰੀਕੇ ਨਾਲ ਕੰਮ ਕੀਤਾ ਜਾਵੇ। ਕੱਟਣ ਸਮੇਂ ਸਾਨੂੰ ਅਕਸਰ ਕੂਲੈਂਟ ਦੀ ਵਰਤੋਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਦੀ ਵਰਤੋਂ ਕੀਤੀ ਜਾਵੇ। ਕਟਿੰਗ ਆਪਣੀ ਮਰਜ਼ੀ ਨਾਲ ਸਾਨੂੰ ਨਹੀਂ ਕਰਨੀ ਚਾਹੀਦੀ। ਰਿਕਮੈਂਡੇਸ਼ਨਸ ਜੋ ਵੀ ਇੱਕ ਦੇਖ ਕੇ ਉਸ ਚੀਜ਼ ਨੂੰ ਕਰਨਾ ਚਾਹੀਦਾ। ਕਟਿੰਗ ਤੋਂ ਬਾਅਦ ਆਪਦੇ ਟੂਲ ਨੂੰ, ਸਭ ਤੋਂ ਇੰਪੋਰਟੈਂਟ ਪੁਆਇੰਟ ਹੈ, ਟੂਲ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ, ਆਪਣੇ ਟੂਲਸ ਨੂੰ ਵੀ। ਜੇ ਅੱਗੇ ਅਸੀਂ ਗੱਲ ਕਰ ਲਈਏ ਤਾਂ ਉਹ ਹੈ ਮੈਥਡ ਆਫ ਬੈਂਡਿੰਗਸ ਪਾਈਪਸ ਬਾਈ ਹੋਲਡ ਐਂਡ ਕੋਲਡ ਪ੍ਰੋਸੈਸ। ਜੇ ਅਸੀਂ ਗੱਲ ਕਰ ਲਈਏ ਤਾਂ ਪਾਈਪ ਜਾਂ ਕਿਸੇ ਵੀ ਮਟੀਰੀਅਲ ਨਾਲ ਬਣੀ ਹੋ ਸਕਦੀ ਹੈ। ਤਾਂ ਵਸਤੂਆਂ ਅਲੱਗ-ਅਲੱਗ ਤਰੀਕਿਆਂ ਜੋ ਪਾਈਪਾਂ ਨੂੰ ਬੈਂਡ ਕਰਨਾ ਬੜਾ ਜ਼ਰੂਰੀ ਹੈ। ਅਕਸਰ ਪਲੰਬਰ ਜਦੋਂ ਵਰਕਆਊਟ ਕਰਦਾ ਹੈ ਤਾਂ ਉਸ ਨੂੰ ਜ਼ਰੂਰਤ ਪੈਂਦੀ ਕਿ ਪਾਈਪ ਨੂੰ ਬੈਂਡ ਕਰਨਾ ਹੁੰਦਾ। ਤਾਂ ਪਾਈਪ ਨੂੰ ਬੈਂਡ ਕਰਨ ਦੇ ਲਈ ਸਾਡੇ ਕੋਲ ਦੋ ਤਰੀਕੇ ਨੇ। ਤਾਂ ਇੱਕ ਜਿਵੇਂ ਕਿ ਠੰਡਾ ਤਰੀਕਾ,
ਜਿਵੇਂ ਕਿ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇੱਕ ਪਾਈਪ ਨੂੰ ਇੱਕ ਹਾਈਡ੍ਰੋਲਿਕ ਬੈਂਡਿੰਗ ਮਸ਼ੀਨ ਦੇ ਨਾਲ ਬੈਂਡ ਕੀਤਾ ਜਾ ਰਿਹਾ। ਤਾਂ ਜਿਵੇਂ ਕਿ ਠੰਡੇ ਤਰੀਕੇ ਦੇ ਨਾਲ ਇੱਕ ਤਰੀਕਾ ਹੋਰ ਤੁਹਾਨੂੰ ਮੈਂ ਦਿਖਾ ਦਿੰਦਾ ਇਹਦੇ ਵਿੱਚ। ਜਿਵੇਂ ਆਹ ਦੋ ਇਹ ਸਾਰੀਆਂ ਮੈਨੂਅਲੀ ਆਪਰੇਟਡ ਨੇ। ਇੱਕ ਇਹ ਮਸ਼ੀਨ ਤੁਹਾਨੂੰ ਦਿਖਾਈ ਦੇ ਰਹੀ ਹੈ ਅਤੇ ਇੱਕ ਇਹ ਮਸ਼ੀਨ ਦਿਖ ਰਹੀ ਹੈ। ਇਹ ਦੋਨੋਂ ਪਾਈਪਸ ਨੇ ਜੋ ਬੈਂਡ ਕਰਨ ਦੇ ਲਈ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ। ਜੋ ਇੱਥੇ ਇੱਕ ਹੋਰ ਤਰੀਕਾ, ਜੋ ਗਰਮ ਤਰੀਕਾ ਹੈ, ਉਹ ਅਸੀਂ ਪਾਈਪ ਨੂੰ ਅਸੀਂ ਗਰਮ ਕਰਕੇ ਪਾਈਪ ਨੂੰ ਅਸੀਂ ਬੈਂਡ ਕਰਦੇ ਹਾਂ। ਤਾਂ ਜੇਕਰ ਅਸੀਂ ਗੱਲ ਕਰ ਲਈਏ ਠੰਡੇ ਤਰੀਕੇ ਦੀ, ਤਾਂ ਠੰਡੇ ਤਰੀਕੇ ਦੇ ਵਿੱਚ ਅਸੀਂ ਜੋ ਹਾਈਡ੍ਰੋਲਿਕ ਪਾਈਪ ਬੈਂਡਿੰਗ ਮਸ਼ੀਨ ਦੀ ਜੋ ਵਰਤੋਂ ਕਰਦੇ ਹਾਂ, ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਈਪ ਨੂੰ ਜੋ ਵੀ ਨੋਰਮਲ ਟੈਂਪਰੇਚਰ 'ਤੇ ਜੋ ਵੀ ਤੁਹਾਡੀ ਪਾਈਪ ਹੈਗੀ ਉਸ ਨੂੰ ਨੋਰਮਲ ਟੈਂਪਰੇਚਰ ਦੇ ਵਿੱਚ ਹੀ ਉਸ ਪਾਈਪ ਨੂੰ ਅਸੀਂ ਉਸ ਮਸ਼ੀਨ ਦੇ ਵਿੱਚ ਫਿਕਸ ਕਰਦੇ ਹਾਂ। ਅਤੇ ਇੱਕ ਹਾਈਡ੍ਰੋਲਿਕ ਜੋ ਕਿ ਇੱਥੇ ਇੱਕ ਹੈਂਡਲ ਲੱਗਾ ਹੁੰਦਾ, ਜਿਸ ਦੀ ਮਦਦ ਦੇ ਨਾਲ ਕੰਟੀਨਿਊ ਪ੍ਰੈਸ਼ਰ ਬਣਾਇਆ ਜਾਂਦਾ ਅਤੇ ਉਹ ਧੀਰੇ ਧੀਰੇ ਪਾਈਪ ਨੂੰ ਬੈਂਡ ਕਰਦਾ ਜਾਂਦਾ। ਤਾਂ ਇਹ ਇੱਕ ਪ੍ਰੋਸੈਸ ਹੈ ਜਿਸ ਰਾਹੀਂ ਅਸੀਂ ਠੰਡੇ ਤਰੀਕੇ ਰਾਹੀਂ ਅਸੀਂ ਪਾਈਪ ਨੂੰ ਚੰਗੀ ਤਰ੍ਹਾਂ ਬੈਂਡ ਕਰ ਸਕਦੇ ਹਾਂ। ਤਾਂ ਜੋ ਗਰਮ ਦੇ ਵਿੱਚ ਸਿਰਫ ਇਹੀ ਫਰਕ ਹੈ ਕਿ ਅਸੀਂ ਪਾਈਪ ਨੂੰ ਗਰਮ ਕਰਕੇ ਉਸ ਤੋਂ ਬਾਅਦ ਉਸ ਦੀ ਬੈਂਡਿੰਗ ਕਰਦੇ ਹਾਂ। ਤਾਂ ਜੇਕਰ ਅਸੀਂ ਗੱਲ ਕਰ ਲਈਏ ਜੇ ਠੰਡੇ ਤਰੀਕੇ ਦੇ ਵਿੱਚ, ਆਮ ਤੌਰ 'ਤੇ ਜੋ ਪਾਈਪਾਂ ਠੰਡੇ ਤਰੀਕੇ ਨਾਲ ਮੋੜਿਆ ਜਾਂਦਾ ਹੈ, ਕਿਉਂਕਿ ਇਸ ਨੂੰ ਠੰਡੇ ਤਰੀਕੇ ਨਾਲ ਮੋੜਨਾ ਥੋੜ੍ਹਾ ਆਸਾਨ ਹੁੰਦਾ, ਪਰੰਤੂ ਇਸ ਵਿੱਚ ਅਸੀਂ ਅੱਧੇ ਇੰਚ ਤੋਂ ਲੈ ਕੇ ਕਹਿ ਸਕਦੇ ਹਾਂ 1.25 ਇੰਚ ਤੱਕ ਜੋ ਆਪਾਂ ਪਾਈਪ ਨੂੰ ਮੋੜ ਸਕਦੇ ਹਾਂ, ਜਿਸ ਵਿੱਚ ਦੇ ਨਾਲ ਟਾਈਪ ਜੋ ਬੈਂਡਿੰਗ ਮਸ਼ੀਨ ਦਾ ਅਸੀਂ ਪ੍ਰਯੋਗ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਮਸ਼ੀਨ ਹੈ, ਇਹਦੇ ਵਿੱਚ ਵੀ ਜਿਵੇਂ ਏਅਰ ਰਿਲੀਜ਼ ਵਾਲਵ ਹੁੰਦਾ, ਲੈਗਸ ਇਹਦੀਆਂ ਬਣੀਆਂ, ਪੰਪਸ ਹੁੰਦਾ, ਸਿਲੰਡਰ ਹੁੰਦਾ, ਜੋ ਕਿ ਇਹਦੇ ਵਿੱਚ ਪਿਸਟਨ ਹੁੰਦਾ, ਅਤੇ ਸਪਰਿੰਗ, ਕਲੈਂਪਿੰਗ ਪਿੰਸ, ਬੈਂਡਿੰਗ ਡਾਈਜ਼, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਵੋਲਵ ਹੁੰਦੀਆਂ ਨੇ। ਜੇਕਰ ਮਤਲਬ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਪਾਈਪ ਬੈਂਡਿੰਗ ਮਸ਼ੀਨ ਹਾਈਡ੍ਰੋਲਿਕ ਤੇਲ ਭਰ ਕੇ ਇਸ ਤੋਂ ਬਾਅਦ ਪਾਈਪ ਵਿਆਸ ਦੇ ਅਨੁਸਾਰ ਬੈਂਡਿੰਗ ਡਾਈ ਫਿੱਟ ਕਰਕੇ ਅਤੇ ਅਸੀਂ ਇਸ ਪਾਈਪ ਨੂੰ ਬੈਂਡ ਕਰ ਸਕਦੇ ਹਾਂ। ਤਾਂ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਹੱਥ ਦੁਆਰਾ ਚੱਲਣ ਵਾਲੀਆਂ ਦੋਨੋਂ ਮਸ਼ੀਨਾਂ ਨੇ। ਇਸ ਵਿੱਚ ਪਾਈਪਾਂ ਦੇ ਵਿਆਸ ਦੇ ਅਨੁਸਾਰ ਫੋਰਮਰ ਲਗਾ ਕੇ ਇੱਕ ਲੰਬੇ ਡੰਡੇ ਦੇ ਲੀਵਰ ਦੀ ਸਹਾਇਤਾ ਨਾਲ ਪਾਈਪਾਂ ਨੂੰ ਬੈਂਡ ਕੀਤਾ ਜਾਂਦਾ। ਇਸ ਨੂੰ ਗਰਾਊਂਡ ਲੈਵਲ ਤੋਂ ਅਪਰੋਕਸੀਮੇਟ 3 ਫੁੱਟ ਉੱਚਾ ਅਤੇ ਲੋੜ ਅਨੁਸਾਰ ਉੱਚ ਸਟੈਂਡਰਡ 'ਤੇ ਇਸ ਨੂੰ ਅਸੀਂ ਫਿੱਟ ਕਰਦੇ ਹਾਂ। ਤਾਂ ਜੇਕਰ ਅਸੀਂ ਇਹਨਾਂ ਦੀ ਸਾਵਧਾਨੀ ਦੀਆਂ ਪਾਈਪ ਦੇ ਅੰਦਰ ਜੇਕਰ ਅਸੀਂ ਗਰਮ ਤਰੀਕੇ ਦੀ ਗੱਲ ਕਰ ਲਈਏ ਤਾਂ ਜਦੋਂ ਵੱਡੇ ਵਿਆਸ ਦੀਆਂ ਪਾਈਪਾਂ ਨੂੰ ਬੈਂਡ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਪਾਈਪਾਂ ਵਿੱਚ ਚੰਗੀ ਤਰ੍ਹਾਂ ਰੇਤ ਜਾਂ ਕਰੈਸ਼ਰ ਭਰ ਲੈਂਦੇ ਹਾਂ। ਇਸ ਤੋਂ ਬਾਅਦ ਪਾਈਪਾਂ ਦੇ ਦੋਨੋਂ ਕਿਨਾਰਿਆਂ ਨੂੰ ਚੀਕਣੀ ਮਿੱਟੀ ਦੇ ਨਾਲ ਅਸੀਂ ਬੰਦ ਕਰ ਦਿੰਦੇ ਹਾਂ। ਫਿਰ ਪਾਈਪਾਂ ਨੂੰ ਚੰਗੀ ਤਰ੍ਹਾਂ ਭੱਠੀ ਦੇ ਅੰਦਰ ਕ੍ਰਿਟੀਕਲ ਪੁਆਇੰਟ ਤੱਕ ਗਰਮ ਕੀਤਾ ਜਾਂਦਾ। ਇਸ ਤੋਂ ਬਾਅਦ ਵੱਡੇ ਵਿਆਸ ਦੇ ਜੋ ਪਾਈਪਾਂ ਦੀ ਸਹਾਇਤਾ ਨਾਲ ਜਾਂ ਹੋਰ ਫਾਇਰ ਪ੍ਰੂਫ ਯੰਤਰ ਦੀ ਸਹਾਇਤਾ ਨਾਲ ਅਸੀਂ ਪਾਈਪਾਂ ਨੂੰ ਭੱਠੀ ਤੋਂ ਬਾਹਰ ਕੱਢ ਲੈਂਦੇ ਹਾਂ ਅਤੇ ਪਹਿਲਾਂ ਤੋਂ ਜੋ ਤਿਆਰ ਕੀਤੇ ਗਏ ਸਟੈਂਡਰਡ ਉਸ 'ਤੇ ਰੱਖ ਕੇ ਉਸਨੂੰ ਕੋਨ ਦੇ ਅਨੁਸਾਰ ਅਸੀਂ ਉਸਨੂੰ ਬੈਂਡ ਕਰ ਦਿੰਦੇ ਹਾਂ। ਤਾਂ ਸਿੰਪਲ ਹੈ, ਗਰਮ ਤਰੀਕੇ ਦੇ ਨਾਲ ਅਸੀਂ ਪਾਈਪ ਨੂੰ ਗਰਮ ਕਰਕੇ ਅਸੀਂ ਬੈਂਡ ਕਰ ਲੈਂਦੇ ਹਾਂ। ਤਾਂ ਅੱਗੇ ਜੇ ਅਸੀਂ ਗੱਲ ਕਰੀਏ ਜੁਆਇੰਟਸ ਦੀ, ਅਲੱਗ-ਅਲੱਗ ਤਰ੍ਹਾਂ ਦੇ ਜੋ ਜੁਆਇੰਟਸ ਨੇ ਉਹ ਪਲੰਬਿੰਗ ਸੈਕਟਰ ਦੇ ਵਿੱਚ ਆਉਂਦੇ ਨੇ। ਸਭ ਤੋਂ ਪਹਿਲਾਂ ਇੱਥੇ ਜੁਆਇੰਟ ਤੁਹਾਨੂੰ ਦਿਖਾ ਰਿਹਾ, ਜੋੜਾਂ ਦੀ ਸਹਾਇਤਾ ਨਾਲ ਹੀ ਅਸੀਂ ਗਾਂਹ ਦੀ ਗਾਂਹ ਪਾਈਪਸ ਨੂੰ ਲੈ ਕੇ ਜਾ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਜੋ ਇੱਥੇ ਜੋੜ ਦਿਖਾਈ ਦੇ ਰਿਹਾ ਥਰੈਡਡ ਜੁਆਇੰਟ, ਜੋ ਕਿ ਨੋਰਮਲ ਚੂੜੀਆਂ ਦੀ ਸਹਾਇਤਾ ਨਾਲ ਅਸੀਂ ਅਕਸਰ ਇਸ ਨੂੰ ਦੋਵਾਂ ਨੂੰ ਜੋੜ ਦਿੰਦੇ ਹਾਂ। ਇਹ ਵਪਾਰਕ, ਕੈਮੀਕਲ ਅਤੇ ਉਦਯੋਗਿਕ ਪ੍ਰਣਾਲੀਆਂ 'ਚ ਵੱਡੇ ਢਾਂਚੇ ਵਿੱਚ ਵਰਤਿਆ ਜਾਂਦਾ ਇਹ ਜੋੜ। ਤਾਂ ਇਸ ਦੇ ਪਦਾਰਥ ਦੀ ਜੋ ਕਿ ਕੀਮਤ ਕਾਫੀ ਘੱਟ ਹੁੰਦੀ ਹੈ, ਪਰ ਸਿਖਲਾਈ ਪ੍ਰਾਪਤ ਵੈਲਡਰ ਅਤੇ ਫਿਟਰ ਦੀ ਉਪਲਬਧਤਾ ਘੱਟ ਹੋਣ ਕਾਰਨ ਲੇਬਰ ਦੇ ਮਤਲਬ ਖਰਚੇ ਕਾਫੀ ਇਹਦੇ ਵਿੱਚ ਪੈਂਦੇ ਹਨ। ਅਤੇ ਅਸੀਂ ਇਹਦੇ ਵਿੱਚ ਸਿੱਧਾ ਥਰੈਡਿੰਗ ਦੇ ਥਰੂ ਅਸੀਂ ਇਸ ਨੂੰ ਜੋੜ ਲੈਂਦੇ ਹਾਂ। ਫਲੈਂਜ ਜੁਆਇੰਟ, ਇਹ ਦੋ ਜੁਆਇੰਟ ਇਹਦੇ ਵਿੱਚ ਮੈਂ ਡਿਸਕਸ਼ਨ ਕਰ ਲਿਆ। ਇਹ ਸਭ ਤੋਂ ਇੰਪੋਰਟੈਂਟ ਜੁਆਇੰਟ ਇਸ ਕਰਕੇ ਇਹ ਜੋੜ ਆਮ ਤੌਰ 'ਤੇ ਜਿਹੜੇ ਪੰਪਿੰਗ ਸਟੇਸ਼ਨਸ ਹੋ ਗਏ, ਫਿਲਟਰ ਪਲਾਂਟਸ, ਹਾਈਡ੍ਰੋਲਿਕ ਪ੍ਰਯੋਗਸ਼ਾਲਾਵਾਂ ਅਤੇ ਬਾਇਲਰ ਘਰਾਂ ਦੇ ਵਿੱਚ ਆਮ ਪਾਈਪਾਂ ਨੂੰ ਜੋੜ ਕਰਨ ਲਈ ਵਰਤਿਆ ਜਾਂਦਾ। ਇਹ ਜੋੜ ਆਸਾਨ ਕਿਰਿਆ ਦੇ ਨਾਲ ਜੋੜੇ ਅਤੇ ਖੋਲ੍ਹੇ ਜਾ ਸਕਦੇ ਹਨ, ਇਸ ਲਈ ਇਸ ਨੂੰ ਵੱਧ ਵਰਤਿਆ ਜਾਂਦਾ। ਹਾਲਾਂਕਿ ਇਹ ਜੋ ਕਨੈਕਸ਼ਨ ਹੈ ਕਾਫੀ ਮਹਿੰਗੇ ਵੀ ਹੁੰਦੇ ਹਨ। ਤਾਂ ਇਹ ਪੂਰੇ ਜੋ ਵੀ ਅਸੀਂ ਜੁਆਇੰਟਸ ਬਾਰੇ ਇਹਦੇ ਵਿੱਚ ਡਿਸਕਸ ਕੀਤਾ, ਅਲੱਗ-ਅਲੱਗ ਬਿਲਡਿੰਗ ਪਾਰਟਸ ਬਾਰੇ ਡਿਸਕਸ਼ਨ ਕੀਤਾ।
ਇਹ ਅਲੱਗ-ਅਲੱਗ ਬਿਲਡਿੰਗ ਪਾਰਟਸ ਅਤੇ ਇੱਕ ਡਰਿਲ ਨੂੰ ਚਲਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਉਹਦੇ ਬਾਰੇ ਅਸੀਂ ਚੰਗੀ ਤਰ੍ਹਾਂ ਇਸ ਵਿੱਚ ਡਿਸਕਸ਼ਨ ਕੀਤਾ। ਅਤੇ ਇਹਨਾਂ ਬਾਰੇ ਇਹ ਦੋ ਜੋ ਇਹਨਾਂ ਵਿੱਚ ਮੇਨ ਦੋ ਜੁਆਇੰਟਸ ਬਾਰੇ ਅਸੀਂ ਚੰਗੀ ਤਰ੍ਹਾਂ ਡਿਸਕਸ਼ਨ ਕੀਤਾ। ਇਹਨਾਂ ਦੇ ਉੱਪਰ ਕਾਫੀ ਕੁਐਸਚਨ ਬਣਦੇ ਨੇ, ਅਤੇ ਸਭ ਤੋਂ ਮੇਨ ਜੋ ਬਿਲਡਿੰਗਸ ਦੇ ਪਾਰਟਸ ਨੇ ਉਹਦੇ ਬਾਰੇ ਪਲੰਬਰ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਇਹ ਸਾਡਾ ਕੰਪਲੀਟ ਚੈਪਟਰ ਸੀ। ਤਾਂ ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ।